students, in the last video I explained about the various contractile proteins and the structure of one microfibril। जे anatomy देखिए किद्दां माइक्रोस्कोप ਦੇ अंदर ਜਿਹੜਾ है ਮਾਇਓਫਾਈਬਰਿਲ ਇੱਕ ਜਿਹੜਾ ਦਿਖਦਾ ਹੈ। ਤਾਂ ਫਿਰ ਬੇਟੇ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਅਗਲੇ ਲੈਕਚਰ ਦੇ ਵਿੱਚ ਆਪਾਂ ਤੁਹਾਨੂੰ ਸਲਾਈਡਿੰਗ ਫਿਲਾਮੈਂਟ ਥਿਊਰੀ ਕਰਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਮਸਲਸ ਹੈ ਉਹ ਮੂਵ ਕਰਦੇ ਹੈ, ਕਿਸ ਤਰ੍ਹਾਂ ਟੂ ਫਿਲਾਮੈਂਟਸ ਹੈ ਜਿਹੜੇ ਐਕਟਿਨ ਤੇ ਮਾਇਓਸਿਨ ਹੈ ਜਿਹੜੇ ਕ੍ਰੋਸ ਬ੍ਰਿਜ ਬਣਾਉਂਦੇ ਆ ਅਤੇ ਕਿਵੇਂ ਉਹਨਾਂ 'ਚ ਜਿਹੜੀ ਹੈ ਮੂਵਮੈਂਟਸ ਹੈ ਜਿਹੜੀਆਂ ਮਸਲਸ ਦੀਆਂ ਹੁੰਦੀਆਂ। ਤਾਂ ਆਪਾਂ ਇੱਕ ਵਾਰੀ ਆਹ ਥੋੜ੍ਹਾ ਡਾਇਗਰਾਮ ਹੈ ਜਿਹੜਾ ਇਹ ਬਹੁਤ ਇੰਪੋਰਟੈਂਟ ਹੈ, ਆਪਾਂ ਨੂੰ ਧਿਆਨ ਵਿੱਚ ਆਉਣਾ ਚਾਹੀਦਾ ਹੈ। ਤਾਂ ਆਪਾਂ ਕਿਹਾ ਸੀ ਐਕਟਿਨ ਫਿਲਾਮੈਂਟਸ ਹੈ ਥਿਨ ਹੈ, ਮਾਇਓਸਿਨ ਵਾਲੇ ਥਿਕ ਫਿਲਾਮੈਂਟਸ ਹੈ। ਐਕਟਿਨ ਦੇ ਵਿਚਾਲੇ ਜ਼ੈਡ ਲਾਈਨ ਜਾਂਦੀ ਹੈ, ਦੋ ਜ਼ੈਡ ਲਾਈਨ ਦੇ ਵਿਚਾਲੇ ਜਿਹੜਾ ਏਰੀਆ ਦੈਟ ਇਜ਼ ਕਾਲਡ ਦੀ ਸਾਰਕੋਮੀਅਰ। ਐਂਡ ਜਿਹੜੀ ਮਾਇਓਸਿਨ ਦੇ ਵਿਚਾਲੇ ਜਿਹੜੀ ਐਮ ਲਾਈਨ ਹੈ ਜਿੱਥੇ ਉਹਦੀਆਂ ਆਪਾਂ ਨੂੰ ਪਤਾ ਵੀ ਹੁਣ ਆਪਾਂ ਨੂੰ ਇਹ ਵੀ ਪਤਾ ਵੀ ਟੇਲਸ ਜਿੱਥੇ ਜੁਆਇਨ ਕਰਦੀਆਂ ਮਾਇਓਸਿਨ ਦੀਆਂ ਦੋ ਮੋਨੋਮਰਸ ਦੀਆਂ ਟੇਲਸ ਜੁਆਇਨ ਕਰਦੀਆਂ ਦੈਟ ਇਜ਼ ਐਟ ਦੀ ਐਮ ਲਾਈਨ ਦੈਟ ਇਜ਼ ਮੇਡ ਅਪ ਆਫ ਮਾਇਓਮਾਈਸਿਨ। ਐਂਡ ਜਿੱਥੇ ਇਕੱਲਾ ਮਾਇਓਸਿਨ ਹੈ ਕੋਈ ਓਵਰਲੈਪਿੰਗ ਨਹੀਂ ਦੈਟ ਇਜ਼ ਕਾਲਡ ਦੀ ਐਚ ਜ਼ੋਨ। ਜਿੱਥੇ ਓਵਰਲੈਪਿੰਗ ਹੋ ਰਹੀ ਹੈ ਐਕਟਿਨ ਤੇ ਮਾਇਓਸਿਨ ਦੀ ਦੈਟ ਇਜ਼ ਦੀ ਏ ਬੈਂਡ। And where there is only the actin that is the I band. So this is the basic which we must know before I start with the sliding filament theory. So we have the mechanism of muscle contraction, that is the sliding filament theory. First of all, what happens? A muscle fiber receives a signal from the central nervous ਸਿਸਟਮ। ਆਪਣੇ ਬ੍ਰੇਨ ਜਾਂ ਸਪਾਈਨਲ ਕੋਰਡ ਤੋਂ ਜਿਹੜਾ ਹੈ ਸਿਗਨਲ ਆਉਂਦਾ ਹੈ ਥਰੂ ਅ ਮੋਟਰ ਨਰਵ। ਠੀਕ ਹੈ, ਜਿਹੜੀ ਨਰਵ ਜਿਹੜੀ ਸਿਗਨਲ ਲਿਆਉਂਦੀ ਹੈ, ਜਿਹੜਾ ਉਹ ਸਿਗਨਲ ਹੈ ਉਹ ਬੇਟੇ ਜਿੱਥੇ ਸਾਰਕੋਲੈਮਾ ਜਿਹੜੀ ਆਪਾਂ ਕਿਹਾ ਸੀ ਆਊਟਰ ਲੇਅਰ ਹੈ ਪਲਾਜ਼ਮਾ ਮੈਂਬਰੇਨ ਹੈ, ਜਿੱਥੇ ਮੋਟਰ ਨਰਵ ਦਾ ਤੇ ਸਾਰਕੋਲੈਮਾ ਦਾ ਜੰਕਸ਼ਨ ਹੈ, ਮੀਟਿੰਗ ਪੁਆਇੰਟ ਹੈ। ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਨਿਊਰੋਮਸਕੂਲਰ ਜੰਕਸ਼ਨ। ਉੱਥੇ ਬੇਟੇ ਇੱਕ ਕੈਮੀਕਲ ਰਿਲੀਜ਼ ਹੁੰਦਾ ਹੈ ਜਦੋਂ ਸਿਗਨਲ ਆ ਜਾਂਦਾ ਹੈ ਐਟ ਦੀ ਨਿਊਰੋਮਸਕੂਲਰ ਜੰਕਸ਼ਨ। ਅ ਕੈਮੀਕਲ ਕਾਲਡ ਐਜ਼ ਐਸੀਟੋਕੋਲਿਨ ਇਜ਼ ਰਿਲੀਜ਼ਡ। ਐਸੀਟੋਕੋਲਿਨ ਇਜ਼ ਰਿਲੀਜ਼ਡ। ਐਸੀਟੋਕੋਲਿਨ ਰੀਚਿਜ਼ ਦੀ ਸਾਰਕੋਪਲਾਜ਼ਮਿਕ ਰੈਟੀਕੂਲਮ। ਆਪਾਂ ਨੂੰ ਪਤਾ ਦੀ ਐਂਡੋਪਲਾਜ਼ਮਿਕ ਰੈਟੀਕੂਲਮ ਆਪਾਂ ਉਹਨੂੰ ਇੱਥੇ ਆਪਾਂ ਕਿਹਾ ਸਾਰਕੋਪਲਾਜ਼ਮਿਕ ਰੈਟੀਕੂਲਮ। ਸਾਰਕੋਪਲਾਜ਼ਮਿਕ ਰੈਟੀਕੂਲਮ ਦੇ ਵਿੱਚ ਬੇਟੇ ਹੈਗੇ ਆ ਕੈਲਸ਼ੀਅਮ ਆਇਨਸ ਸਟੋਰਡ ਹੈ, ਰਿਜ਼ਰਵ ਪਏ ਆ ਉੱਥੇ। ਜਿਹੜਾ ਐਸੀਟੋਕੋਲਿਨ ਹੈ ਇਹ ਸਾਰਕੋਪਲਾਜ਼ਮਿਕ ਰੈਟੀਕੂਲਮ ਤੋਂ ਬੇਟੇ ਕੈਲਸ਼ੀਅਮ ਆਇਨਸ ਨੂੰ ਰਿਲੀਜ਼ ਕਰਾ ਦਿੰਦਾ ਹੈ। ਰਾਈਟ, ਸੋ ਫਸਟ ਸਟੈਪ ਵਾਜ਼ ਦੀ ਮਸਲ ਫਾਈਬਰਸ, ਇਟ ਰਿਸੀਵਸ ਅ ਸਿਗਨਲ। ਦੀ ਸੈਕਿੰਡ ਸਟੈਪ ਆਫ ਦੀ ਥਿਊਰੀ ਇਜ਼ ਦੈਟ ਦੀ ਕੈਲਸ਼ੀਅਮ ਆਇਨਸ ਆਰ ਰਿਲੀਜ਼ਡ। ਕੈਲਸ਼ੀਅਮ ਆਇਨਸ ਜਦੋਂ ਰਿਲੀਜ਼ ਹੋ ਜਾਂਦੇ ਹੈ ਫਰੋਮ ਦੀ ਦੇ ਆਰ ਰਿਲੀਜ਼ਡ ਇਨਟੂ ਦੀ ਸਾਰਕੋਪਲਾਜ਼ਮ ਫਰੋਮ ਦੀ ਸਾਰਕੋਪਲਾਜ਼ਮਿਕ ਰੈਟੀਕੂਲਮ। ਜਦੋਂ ਹੀ ਕੈਲਸ਼ੀਅਮ ਆਇਨਸ ਰਿਲੀਜ਼ ਹੋ ਗਏ ਆਪਾਂ ਨੂੰ ਪਤਾ ਹੈ ਕਿ ਐਕਟਿਵ ਜਿਹੜਾ ਐਕਟਿਨ ਫਿਲਾਮੈਂਟ ਹੈ ਉਹਦੀ ਐਕਟਿਵ ਸਾਈਟ ਆ ਵਾਲੀ, ਉਹਦੇ 'ਤੇ ਆਪਣੇ ਕੋਲ ਦੋ ਤਰ੍ਹਾਂ ਦੇ ਪ੍ਰੋਟੀਨਸ ਹੈ, ਟ੍ਰੋਪੋਮਾਈਸਿਨ ਐਂਡ ਟ੍ਰੋਪੋਨਿਨ। ਰਾਈਟ, ਤਾਂ ਇਹ ਜਿਹੜੀ ਐਕਟਿਵ ਸਾਈਟ ਸੀ ਇਹਨਾਂ ਨੇ ਰੋਕ ਕੇ ਰੱਖਿਆ ਟ੍ਰੋਪੋਮਾਈਸਿਨ ਅਤੇ ਟ੍ਰੋਪੋਨਿਨ ਨੇ। ਹੁਣ ਬੇਟੇ ਜਦੋਂ ਕੈਲਸ਼ੀਅਮ ਆ ਜਾਂਦਾ ਹੈ ਕੈਲਸ਼ੀਅਮ ਬਾਈਂਡ ਟੂ ਦੀ ਟ੍ਰੋਪੋਨਿਨ। ਜਦੋਂ ਟ੍ਰੋਪੋਨਿਨ ਨਾਲ ਕੈਲਸ਼ੀਅਮ ਬਾਈਂਡ ਕਰ ਜਾਂਦਾ ਤਾਂ ਟ੍ਰੋਪੋਨਿਨ ਇਜ਼ ਰਿਮੂਵਡ, ਨਾਲ ਹੀ ਟ੍ਰੋਪੋਮਾਈਸਿਨ ਵੀ ਰਿਮੂਵ ਹੋ ਜਾਂਦੀ ਹੈ। ਹੁਣ ਜਦੋਂ ਇਹ ਰਿਮੂਵ ਹੋ ਗਈਆਂ ਤੁਸੀਂ ਉੱਪਰਲੇ ਡਾਇਗਰਾਮ 'ਚ ਦੇਖੋ ਟ੍ਰੋਪੋਮਾਈਸਿਨ ਅਤੇ ਟ੍ਰੋਪੋਨਿਨ ਹੈਗੀਆਂ। ਠੀਕ ਹੈ, ਜਦੋਂ ਰਿਮੂਵ ਹੋ ਕੈਲਸ਼ੀਅਮ ਆਈ ਅਤੇ ਕੀ ਹੋ ਗਈਆਂ ਰਿਮੂਵ। ਜਿਹੜੀ ਐਕਟਿਵ ਸਾਈਟ ਸੀ ਉਹ ਖਾਲੀ ਹੋ ਗਈ, ਉਹ ਐਕਸਪੋਜ਼ਡ ਹੋ ਗਈ। ਹੁਣ ਇੱਥੇ ਕੋਈ ਵੀ ਐਕਸ਼ਨ ਹੈ ਜਿਹੜਾ ਉਹ ਹੋ ਸਕਦਾ ਹੈ। ਜਦੋਂ ਹੀ ਟ੍ਰੋਪੋਮਾਈਸਿਨ ਜਾਂ ਟ੍ਰੋਪੋਨਿਨ ਜਿਹੜੀ ਹੈ ਐਕਸਪੋਜ਼ਡ ਆਊਟ ਹੋ ਜੂਗੀ, ਐਕਟਿਵ ਸਾਈਟ ਹੈ ਜਿਹੜੀ ਐਕਟਿਨ ਫਿਲਾਮੈਂਟ ਦੀ ਉਹ ਖਾਲੀ ਹੋ ਗਈ, ਉੱਥੇ ਹੁਣ ਕ੍ਰੋਸ ਬ੍ਰਿਜ ਬਣਨਾ ਸਟਾਰਟ ਹੋ ਜੂਗਾ। ਦੀ ਕ੍ਰੋਸ ਬ੍ਰਿਜ ਕੈਨ ਬੀ formed between the actin and the myosin. What happens is ਆਹ ਦੇਖੋ ਮੈਂ ਐਕਟਿਨ ਬਣਾਇਆ, ਇਹਦੀ ਆ ਐਕਟਿਵ ਸਾਈਟ ਸੀ ਫਰੀ ਹੋ ਗਈ। ਆਹ ਮਾਇਓਸਿਨ ਹੈ, ਮਾਇਓਸਿਨ ਕੋਲ ਆਪਾਂ ਨੂੰ ਪਤਾ ਦੇਅਰ ਇਜ਼ ਅ ਹੈਡ ਐਂਡ ਦੇਅਰ ਇਜ਼ ਅ ਟੇਲ। ਜਿਹੜਾ ਮਾਇਓਸਿਨ ਦਾ ਹੈਡ ਹੁੰਦਾ ਉਹਨੇ ਐਕਟਿਵ ਸਾਈਟ ਦੇ ਵਿੱਚ
ਫਿਕਸ ਹੋਣਾ ਹੁੰਦਾ। ਫਿਰ ਅੱਗੇ ਮਸਲਸ ਦੀ ਜਿਹੜੀ ਹੈ ਉਹ ਮੂਵਮੈਂਟ ਹੁੰਦੀ ਹੈ। ਤਾਂ ਇਹੋ ਜਿਹੀਆਂ ਬਹੁਤ ਸਾਰੀਆਂ ਐਕਟਿਵ ਸਾਈਟਸ ਹੁੰਦੀਆਂ ਐਕਟਿਨ ਕੋਲੇ ਅਤੇ ਮਾਇਓਸਿਨ ਕੋਲੇ ਵੀ ਆਪਾਂ ਨੂੰ ਪਤਾ ਹੈ ਹੈਡ ਹੈ ਜਿਹੜੇ ਉਹ ਹੁੰਦੇ ਆ। ਸੋ ਦੀ ਨੈਕਸਟ ਸਟੈਪ ਕੀ ਹੈ, ਟ੍ਰੋਪੋਨਿਨ ਐਂਡ ਟ੍ਰੋਪੋਮਾਈਸਿਨ ਇਜ਼ ਰਿਮੂਵਡ ਐਂਡ ਦੀ ਐਕਟਿਵ ਸਾਈਟ ਇਜ਼ ਐਕਸਪੋਜ਼ਡ। ਮਾਇਓਸਿਨ ਦਾ ਹੈਡ ਆ ਕੇ ਉਸ ਐਕਟਿਵ ਸਾਈਟ 'ਤੇ ਐਕਟਿਨ ਫਿਲਾਮੈਂਟ ਦੀ ਐਕਟਿਵ ਸਾਈਟ 'ਤੇ ਆ ਕੇ ਜੁਆਇਨ ਕਰ ਗਿਆ। ਨਾਓ ਦੀ ਨੈਕਸਟ ਸਟੈਪ ਇਜ਼ ਦੀ ਫੋਰਮੇਸ਼ਨ ਆਫ ਦੀ ਐਕਟਿਨ ਮਾਇਓਸਿਨ ਕ੍ਰੋਸ ਬ੍ਰਿਜਿਸ। ਜਦੋਂ ਆ ਕੇ ਜੁੜ ਗਿਆ ਅ ਕ੍ਰੋਸ ਬ੍ਰਿਜ ਇਜ਼ ਫੋਰਮਡ। ਆ ਦੇਖੋ ਦਿਸ ਇਜ਼ ਅ ਕ੍ਰੋਸ ਬ੍ਰਿਜ, ਦਿਸ ਇਜ਼ ਅ ਕ੍ਰੋਸ ਬ੍ਰਿਜ, ਠੀਕ ਹੈ। ਪਹਿਲਾਂ ਇੱਕ ਸਾਈਡ 'ਤੇ, ਦੂਸਰੀ ਐਕਟਿਵ ਸਾਈਡ 'ਤੇ, ਤੀਸਰੀ ਐਕਟਿਵ ਸਾਈਡ 'ਤੇ ਆ ਕ੍ਰੋਸ ਬ੍ਰਿਜ ਇਜ਼ ਫੋਰਮਡ, ਠੀਕ ਹੈ। ਫॉर the formation of the cross bridge we need ATP. We know that ATP is required. The ATP should be hydrolyzed. ATP ਟੁੱਟਣੀ ਚਾਹੀਦੀ ਹੈ, એનર્ਜੀ ਰਿਲੀਜ਼ ਹੋਊਗੀ। So energy is used for the making up of the cross bridge. Now we have already done that the head of the myosin fits into the active site of the actin. ਰਾਈਟ ਦੈਨ ਵਾਟ ਹੈਪਨਸ ਇਜ਼ ਜਿਹੜੀ ਇਹ એનર્ਜੀ ਹੈ, ਇੱਥੇ ਬੇਟੇ ਬਹੁਤ ਸਮਝਣ ਦੀ ਜ਼ਰੂਰਤ ਹੈ ਚੀਜ਼ਾਂ ਨੂੰ। ਜਿਹੜੀ ਆਪਾਂ એનર્ਜੀ ਹੈ ATP ਤੋਂ ਆਈ ਹੈ, ATP ਦੇ ਟੁੱਟਣ ਤੋਂ ਬਾਅਦ ਆਈ ਹੈ, ਹਾਈਡਰੋਲਾਈਜ਼ ਹੋਣ ਤੋਂ ਬਾਅਦ ਆਈ ਹੈ, ਦੋ ਚੀਜ਼ਾਂ ਦੇ ਵਿੱਚ ਕੰਮ ਆਉਂਦੀ ਹੈ। ਵਨ ਇਜ਼ ਦੀ ਫੋਰਮੇਸ਼ਨ ਆਫ ਦੀ ਕ੍ਰੋਸ ਬ੍ਰਿਜ ਐਂਡ ਸੈਕਿੰਡ ਇਜ਼ ਦੀ ਪਾਵਰ ਸਟਰੋਕ। ਕ੍ਰੋਸ ਬ੍ਰਿਜ ਤਾਂ ਮੈਂ ਤੁਹਾਨੂੰ ਦੱਸਤਾ ਕਿਵੇਂ ਬਣਦਾ, ਜਦੋਂ ਐਕਟਿਵ ਸਾਈਟ ਖਾਲੀ ਹੋ ਗਈ ਐਕਟਿਨ ਦੀ, ਆ ਕ੍ਰੋਸ ਬ੍ਰਿਜ ਕੈਨ ਬੀ formed। Now second thing is the power stroke. What is a power stroke? ਹੁਣ ਦੇਖੋ ਬੇਟੇ ਆ ਮਾਇਓਸਿਨ ਦਾ ਹੈਡ ਹੈ, ਚਲੋ ਆ ਮਾਇਓਸਿਨ ਦਾ ਹੈਡ ਹੈ, ਇਹਦੇ ਉੱਤੇ ਆ ਕੇ ਐਕਟਿਨ ਲੱਗ ਗਿਆ, ਐਕਟਿਵ ਸਾਈਟ ਦੇ ਉੱਤੇ ਲੱਗ ਗਿਆ ਆ ਕੇ, ਰਾਈਟ। ਐਕਟਿਵ ਸਾਈਟ ਖਾਲੀ ਹੋ ਗਈ ਸੀ ਐਕਟਿਨ ਦੀ, ਦਿਸ ਇਜ਼ ਐਕਟਿਨ, ਦਿਸ ਇਜ਼ ਮਾਇਓਸਿਨ। ਹੁਣ ਇਹ ਕੀ ਕਰੂਗਾ, ਉਹਨੂੰ ਇਸ ਤਰ੍ਹਾਂ ਇੱਕ ਆ ਉਹਦੀ ਨੋਰਮਲ ਪੋਜੀਸ਼ਨ, ਉਹਨੂੰ ਜਰਕ ਦੇਊਗਾ ਲਾਈਕ ਦਿਸ, ਲਾਈਕ ਦਿਸ, ਲਾਈਕ ਦਿਸ, ਦਿਸ ਇਜ਼ ਅ ਪਾਵਰ ਸਟਰੋਕ। ਸੋ ਫॉर ਦਿਸ, ਫॉर ਗਿਵਿੰਗ ਦੀ ਪਾਵਰ ਸਟਰੋਕ, ਜਦੋਂ ਹੈਡ ਐਕਟਿਨ ਦੇ ਵਿੱਚ ਫਿੱਟ ਹੋ ਗਿਆ ਨਾ ਐਕਟਿਵ ਸਾਈਡ 'ਤੇ ਮਾਇਓਸਿਨ ਦਾ, ਤਾਂ ਮਾਇਓਸਿਨ ਐਕਟਿਨ ਨੂੰ ਵੀ ਖਿੱਚੂਗਾ, ਠੀਕ ਹੈ, ਖਿੱਚੂਗਾ ਲਾਈਕ ਦਿਸ, ਲਾਈਕ ਦਿਸ, ਦਿਸ ਇਜ਼ ਕਾਲਡ ਅ ਪਾਵਰ stroke, right? So let's see this, how this happens. So this is your myosin, this is the thin actin। ਆ ਮੈਂ ਉਹਦੇ ਤੇ ਐਕਟਿਵ ਸਾਈਟਸ ਬਣਾਈਆਂ ਤੇ ਐਕਟਿਵ ਸਾਈਟ ਤੇ ਮਤਲਬ ਆਪਣੀ ਪਈ ਹੈ ਟ੍ਰੋਪੋਮਾਇਸਿਨ ਐਂਡ ਟ੍ਰੋਪੋਨਿਨ। ਦਿਸ ਇਜ਼ ਦੀ ਜ਼ੈਡ ਲਾਈਨ ਜਿਹਦੇ ਨਾਲ ਐਕਟਿਨ ਫਿਲਾਮੈਂਟ ਜੁਆਇਨ ਹੁੰਦਾ ਹੈ। ਦਿਸ ਇਜ਼ ਦੀ ਰਿਲੈਕਸਡ ਸਟੇਟ ਆਫ ਦੀ ਮਸਲ। ਨੈਕਸਟ ਵਾਟ ਹੈਪਨਸ ਇਜ਼, ਠੀਕ ਹੈ, ਜਦੋਂ ਐਕਟਿਵ ਸਾਈਟ ਫਰੀ ਹੋ ਗਈ, ਕੈਲਸ਼ੀਅਮ ਆਇਨਸ ਰਿਲੀਜ਼ ਹੋ ਗਏ, ਠੀਕ ਹੈ, ਐਕਟਿਵ ਸਾਈਟ ਫਰੀ ਹੋ ਗਈ, ਜਿਹੜਾ ਹੈਡ ਸੀ ਮਾਇਓਸਿਨ ਦਾ ਉਹ ਐਕਟਿਵ ਸਾਈਟ ਦੇ ਜਿਹੜਾ ਐਕਟਿਨ ਦੀ ਦਿਸ ਇਜ਼ ਐਕਟਿਨ ਦੀ ਐਕਟਿਵ ਸਾਈਟ 'ਤੇ ਆ ਕੇ ਉਹ ਜੁੜ ਗਿਆ, ਅਕ੍ਰੋਸ ਬ੍ਰਿਜਿਸ ਫੋਰਮਡ, ਅਕ੍ਰੋਸ ਬ੍ਰਿਜਿਸ ਫੋਰਮਡ। ਹੁਣ ਅੱਗੇ ਵਾਰੀ ਆਉਣੀ ਹੈ ਫॉर ਦੀ ਪਾਵਰ ਸਟਰੋਕ। ਹੁਣ ਆਹ ਦੇਖੋ ਤੁਸੀਂ, ਮਾਇਓਸਿਨ ਐਕਟਿਵ ਸਾਈਟ 'ਤੇ ਜੁੜਿਆ ਪਿਆ, ਦਿਸ ਇਜ਼ ਦੀ ਜ਼ੈਡ ਲਾਈਨ। ਕੀ ਸੀਗਾ ਆ ਓਰੀਜਨਲ ਪੋਜੀਸ਼ਨ ਸੀ, ਆ ਓਰੀਜਨਲ ਪੋਜੀਸ਼ਨ ਸੀ ਲਾਈਕ ਦਿਸ, ਠੀਕ ਹੈ, ਆ ਓਰੀਜਨਲ ਪੋਜੀਸ਼ਨ ਸੀ ਲਾਈਕ ਦਿਸ, ਐਕਟਿਵ ਸਾਈਟ 'ਤੇ ਫਿੱਟ ਹੋਇਆ ਅਤੇ ਐਕਟਿਨ ਨੂੰ ਆਪਦੇ ਵੱਲ ਖਿੱਚ ਲਿਆ, ਤਾਂ ਆਹ ਡਿਸਟੈਂਸ ਹੈ ਜਿਹੜਾ ਉਹ ਘੱਟ ਗਿਆ। ਆ ਦੇਖੋ ਇਹਦੇ ਨਾਲੋਂ ਜਿਹੜਾ ਆ ਡਿਸਟੈਂਸ ਇਹ ਘੱਟ ਗਿਆ, ਜ਼ੈਡ ਲਾਈਨ ਇੱਧਰ ਵੱਲ ਆਉਣਾ ਸ਼ੁਰੂ ਹੋ ਗਈ, ਕਿਉਂਕਿ ਆਪਾਂ ਇਹਨੂੰ ਲਾਈਕ ਦਿਸ ਵੀ ਹੈਵ ਪੁਲਡ ਇਟ, ਦਿਸ ਇਜ਼ ਸਪੋਜ਼ ਦਿਸ ਇਜ਼ ਦੀ ਐਕਟਿਨ, ਠੀਕ ਹੈ। ਆਪਾਂ ਪਾਵਰ ਸਟਰੋਕ ਨਾਲ ਮਾਇਓਸਿਨ ਹੈਡ ਨੇ ਕੀ ਕੀਤਾ, ਲਾਈਕ ਦਿਸ, ਉਹਨੂੰ ਪੁੱਲ ਕਰ ਲਿਆ, ਰਾਈਟ। ਜਿਵੇਂ ਪੁੱਲ ਹੋਊਗਾ ਤਾਂ ਡਿਸਟੈਂਸ ਆਟੋਮੈਟਿਕਲੀ ਘਟੂਗਾ, ਐਕਟਿਨ ਪੁੱਲ ਹੋ ਰਿਹਾ, ਐਕਟਿਨ ਦੋਨੋਂ ਪਾਸਿਓਂ ਫਿਰ ਪੁੱਲ ਹੁੰਦਾ, ਕਿਉਂਕਿ ਡਿਫਰੈਂਟ ਐਕਟਿਵ ਸਾਈਟਸ ਹੁੰਦੀਆਂ ਅਤੇ ਬਹੁਤ ਸਾਰੇ ਹੈਡਸ ਹੁੰਦੇ ਆ ਮਾਇਓਸਿਨ ਕੋਲੇ, ਤਾਂ ਐਕਟਿਨ ਫਿਲਾਮੈਂਟ ਇਜ਼ ਪੁਲਡ ਇਨਵਰਡਸ, ਐਕਟਿਨ ਫਿਲਾਮੈਂਟ ਇਜ਼ ਪੁਲਡ ਇਨਵਰਡਸ ਫਰੋਮ ਬੋਥ ਦਾ ਸਾਈਡਸ। ਜਦੋਂ ਐਕਟਿਨ ਨੂੰ ਆਪਾਂ ਦੋਨੋਂ ਪਾਸੇ ਖਿੱਚਿਆ ਤਾਂ ਆਪਾਂ ਇਹਨੂੰ ਕਿਹਾ ਸੀਗਾ ਦਿਸ ਇਜ਼ ਦੀ ਸਾਰਕੋਮੀਅਰ। ਜਦੋਂ ਐਕਟਿਨ ਨੂੰ ਖਿੱਚਾਂਗੇ, ਆ ਐਕਟਿਨ ਐ ਖਿੱਚਿਆ ਜਾਊਗਾ, ਦੇਖੋ ਆ ਵੀ ਐਕਟਿਨ
ठीक है। ਇਹਦੇ ਤੇ ਵੀ ਲੱਗਿਆ ਹੈਡ, ਇਹਦੇ ਤੇ ਵੀ ਜਦੋਂ ਇਹ ਐਂ ਖਿੱਚਿਆ ਜਾਊਗਾ ਤਾਂ ਆਟੋਮੈਟਿਕਲੀ ਜਿਹੜੀ ਆ ਜ਼ੈਡ ਲਾਈਨਸ ਇੱਕ ਦੂਜੇ ਵੱਲ ਆਉਣਗੀਆਂ, ਜ਼ੈਡ ਲਾਈਨਸ ਕੰਟਰੈਕਟ ਹੋ ਜਾਣਗੀਆਂ, ਸਾਰਕੋਮੀਅਰ ਹੈ ਜਿਹੜਾ ਉਹ ਛੋਟਾ ਹੋ ਜਾਊਗਾ, ਰਾਈਟ। ਜਿਹਦੇ ਨਾਲ ਜਿਹੜਾ ਹੈ ਆਪਣਾ ਜਦੋਂ ਸਾਰਕੋਮੀਅਰ ਸ਼ਾਰਟਨ ਹੋਊਗਾ ਤਾਂ ਆਟੋਮੈਟਿਕਲੀ ਜਿਹੜਾ ਹੈਗਾ ਮਸਲ ਹੈ ਉਹ ਪੁੱਲ ਹੋ ਜਾਊਗਾ, ਰਾਈਟ। ਤਾਂ ਜਦੋਂ એનર્ਜੀ ਯੂਜ਼ ਹੋ ਗਈ, ਮੰਨ ਲਓ ਦੇਖੋ એનર્ਜੀ ਆ ਸੀਗਾ ਪਾਵਰ ਸਟ੍ਰੋਕ ਕੀਤਾ, ਰਾਈਟ। ਹੁਣ એનર્ਜੀ ਖਤਮ ਹੋ ਗਈ ਬਈ, ਲੱਗ ਗਈ ATP ਜਿਹੜੀ ਇੱਕ ਟੁੱਟੀ ਸੀ, ਵਾਪਸ ਦੀ ਮਾਇਓਸਿਨ ਵਿਲ ਕਮ ਬੈਕ ਟੂ ਇਟਸ ਓਰੀਜਨਲ ਪੋਜੀਸ਼ਨ, ਰਾਈਟ। ਤਾਂ ਵਾਪਸ ਜਦੋਂ ਓਰੀਜਨਲ ਪੋਜੀਸ਼ਨ 'ਤੇ ਆ ਜਾਊਗੀ ਫਿਰ ਚੀਜ਼ਾਂ ਰਿਲੈਕਸ ਕਰ ਜਾਣਗੀਆਂ, ਜ਼ੈਡ ਲਾਈਨਸ ਇੱਕ ਦੂਜੇ ਤੋਂ ਦੂਰ ਹੋ ਜਾਣਗੀਆਂ, ਸਾਰਕੋਮੀਅਰ ਦੀ ਜਿਹੜੀ ਹੈਗੀ ਹੈ ਉਹ ਲੈਂਥ ਵੱਧ ਜਾਏਗੀ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਇੱਕ ਚੀਜ਼ ਆਪਾਂ ਦੁਬਾਰਾ ਦੇਖ ਲੈਂਦੇ ਹਾਂ, ਜ਼ੈਡ ਲਾਈਨਸ ਆ ਮੈਂ ਬਣਾਏ ਆ ਐਕਟਿਨ, ਆ ਵਿੱਚ ਪਏ ਆ ਮਾਇਓਸਿਨ। ਹੁਣ ਦੇਖੋ ਐਕਟਿਨ ਕਿੰਨੇ ਕਲੋਜ਼ ਆ ਗਏ, ਕਿਉਂਕਿ ਮਾਇਓਸਿਨ ਦਾ ਹੈਡ ਐਕਟਿਨਸ ਦੇ ਵਿੱਚ ਫਸਿਆ ਹੋਇਆ, ਤਾਂ ਕਲੋਜ਼ ਆ ਗਏ, ਕਲੋਜ਼ ਆ ਗਏ, ਕਲੋਜ਼ ਆ ਗਏ। ਜ਼ੈਡ ਲਾਈਨਸ ਦਾ ਜਿਹੜਾ ਡਿਸਟੈਂਸ ਸੀ ਉਹ ਘਟ ਗਿਆ, ਸਾਰਕੋਮੀਅਰ ਸ਼ਾਰਟ ਹੋ ਗਿਆ, ਠੀਕ ਹੈ। ਵੈਨ ਦੀ ਮਸਲਸ ਆਰ ਕੰਟਰੈਕਟਿੰਗ, ਜਦੋਂ ਮਸਲਸ ਰਿਲੈਕਸ ਪਏ ਉਦੋਂ ਤਾਂ ਐਕਟਿਵ ਸਾਈਟ ਹੀ ਅਵੇਲੇਬਲ ਨਹੀਂ, ਐਕਟਿਵ ਸਾਈਟ ਦੇ ਉੱਤੇ ਟ੍ਰੋਪੋਮਾਇਸਿਨ ਅਤੇ ਟ੍ਰੋਪੋਨਿਨ ਲੱਗੇ ਹੋਏ ਆ, ਤਾਂ ਉਹ ਤਾਂ ਕੋਈ ਐਕਸ਼ਨ ਕਰਨ ਹੀ ਨਹੀਂ ਦੇਣਗੇ। ਜਦੋਂ ਮਸਲਸ ਨੇ ਕੰਟਰੈਕਟ ਹੋਣਾ ਉਦੋਂ ਐਕਟਿਵ ਸਾਈਟ ਫਰੀ ਹੁੰਦੀ ਹੈ, ਮਾਇਓਸਿਨ ਦਾ ਹੈਡ ਆ ਕੇ ਉਹਦੇ ਵਿੱਚ ਜਿਹੜਾ ਹੈ ਐਂਟਰ ਕਰਦਾ, ਤਾਂ ਫਿਰ ਕ੍ਰੋਸ ਬ੍ਰਿਜਸ ਬਣਦੇ ਆ। ਫਿਰ ਆਪਾਂ ਦੇਖਿਆ ਕਿ ਆਹ ਜਿਹੜਾ ਹੈਗਾ ਐਚ ਜ਼ੋਨ ਹੈ ਜਿੱਥੇ ਸਿਰਫ ਮਾਇਓਸਿਨ ਪਿਆ, ਅਤੇ ਜੇ ਆਪਾਂ ਆਹ ਵਾਲਾ ਡਾਇਗਰਾਮ ਦੇਖੀਏ ਇਹਦੇ 'ਚ ਦੇਖੋ ਐਚ ਜ਼ੋਨ ਐਡਾ ਕੀ ਰਹਿ ਗਿਆ, ਐਚ ਜ਼ੋਨ ਤਾਂ ਬਸ ਇੰਨਾ ਕੀ, ਬਿਕੋਜ਼ ਪੂਰੀ ਓਵਰਲੈਪਿੰਗ ਹੋ ਗਈ, ਦ ਮਸਲਸ ਆਰ ਕੰਟਰੈਕਟਿੰਗ, ਇਸ ਤਰ੍ਹਾਂ ਕੰਟਰੈਕਟ ਹੋ ਗਏ, ਜ਼ੈਡ ਲਾਈਨਸ ਇੱਕ ਦੂਜੇ ਦੇ ਕੋਲ ਆ ਜਿਹੜੀਆਂ ਉਹ ਆ ਗਈਆਂ। ਦੁਬਾਰਾ ਫਿਰ ਬੇਟਾ ਇਹੀ ਪ੍ਰੋਸੈਸ ਇਸੇ ਤਰ੍ਹਾਂ ਚੱਲਦਾ ਰਹਿੰਦਾ। ਐਕਟਿਵ ਸਾਈਟ 'ਤੇ ਆ ਕੇ ਜਦੋਂ ਜਿਹੜਾ ਹੈਡ ਲੱਗ ਜਾਂਦਾ, ਠੀਕ ਹੈ, ਪਾਵਰ ਸਟ੍ਰੋਕ ਹੁੰਦਾ, ਰਾਈਟ। ਦੀ ਜਿਹੜਾ ਡਿਸਟੈਂਸ ਹੈ ਉਹ ਜਿਹੜੇ ਐਕਟਿਨ ਫਿਲਾਮੈਂਟਸ ਆ ਉਹ ਖਿੱਚੇ ਜਾਂਦੇ ਆਪਦੇ ਵੱਲ, ਜਿਵੇਂ એનર્ਜੀ ਖਤਮ ਹੁੰਦੀ ਹੈ ਵਾਪਸ ਉਹ ਆਪਦੀ ਪੋਜੀਸ਼ਨ 'ਤੇ, ਉਹਦਾ ਐਕਟਿਨ ਫਿਲਾਮੈਂਟਸ ਵੀ ਆਪਦੀ ਪੋਜੀਸ਼ਨ 'ਤੇ ਆ ਜਾਂਦੇ ਆ, ਮਸਲ ਰਿਲੈਕਸ ਕਰ ਜਾਂਦਾ, ਸਾਰਕੋਮੀਅਰ ਓਬਵੀਅਸਲੀ ਉਦੋਂ ਉਹਦੀ ਲੈਂਥ ਨੋਰਮਲ ਵਾਪਸ ਹੈ ਜਿਹੜੀ ਉਹ ਆ ਜਾਂਦੀ ਹੈ। ਆਪਣੀਆਂ ਮਸਲਸ ਦੀਆਂ ਮੂਵਮੈਂਟਸ ਦੇ ਆਰ ਵੈਰੀ ਇੰਪੋਰਟੈਂਟ, ਵੀ ਆਲ ਨੋ, ਠੀਕ ਹੈ। ਜੋ ਵੀ ਆਪਾਂ ਕਰ ਰਹੇ ਹਾਂ, ਕਲੈਪ ਕਰ ਰਹੇ ਹਾਂ, ਸਮਾਈਲ ਕਰ ਰਹੇ ਹਾਂ, ਠੀਕ ਹੈ, ਆਪਾਂ ਰਾਈਟ ਕਰ ਰਹੇ ਹਾਂ, ਟਾਕਿੰਗ, ਵੀ ਆਰ ਮੂਵਿੰਗ ਫਰੋਮ ਵਨ ਪਲੇਸ ਟੂ ਅਨਦਰ, ਤਾਂ ਇਹਦੇ ਸਾਰੇ 'ਚ ਕੀ ਮਸਲਸ ਕੰਮ ਆਉਂਦੇ ਆ, ਮਸਲ ਦੀਆਂ ਮੂਵਮੈਂਟਸ ਬਹੁਤ ਹੈਲਪਫੁਲ ਹੈ, ਠੀਕ ਹੈ। ਜਦੋਂ ਬੇਟੇ ਹੁਣ ਮਸਲਸ ਵਾਰ-ਵਾਰ ਐਕਸਪੈਂਡ ਕਰ ਰਹੇ ਹੈ, ਵਾਰ-ਵਾਰ ਕੰਟਰੈਕਟ ਕਰ ਰਹੇ ਹੈ, ਅਗੇਨ ਐਂਡ ਅਗੇਨ ਦਿਸ ਇਜ਼ ਹੈਪਨਿੰਗ। ਸੋ ਸਮਟਾਈਮਸ ਵਾਟ ਹੈਪਨਸ ਇਜ਼ ਇੰਨੀ ਆਕਸੀਜਨ ਮਸਲਸ ਨੂੰ ਨਹੀਂ ਮਿਲਦੀ ਬਾਰ-ਬਾਰ ਕਰਨ ਦੀ, ਠੀਕ ਹੈ। ਤਾਂ ਜਦੋਂ ਆਕਸੀਜਨ ਨਹੀਂ ਮਿਲਦੀ ਤਾਂ ਦੇਅਰ ਇਜ਼ ਐਨ ਐਨਾਰੋਬਿਕ ਬ੍ਰੇਕਡਾਊਨ ਆਫ ਗਲਾਈਕੋਜਨ ਵੀ ਨੋ ਇਟ ਇਜ਼ ਅ ਸਟੋਰਡ ਫੂਡ, ਠੀਕ ਹੈ। ਉਸ ਸਟੋਰਡ ਫੂਡ ਦੀ ਆਕਸੀਜਨ ਤੋਂ ਬਿਨਾਂ ਉਹ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਗਲਾਈਕੋਜਨ ਹੈ ਆਕਸੀਜਨ ਦੀ ਕਮੀ ਹੈ, ਆਕਸੀਜਨ ਤੋਂ ਬਿਨਾਂ ਹੀ ਟੁੱਟਣਾ ਸ਼ੁਰੂ ਹੋ ਜਾਂਦਾ। ਜਦੋਂ ਆਕਸੀਜਨ ਤੋਂ ਬਿਨਾਂ ਟੁੱਟਦਾ ਤਾਂ ਲੈਕਟਿਕ ਐਸਿਡ ਇਜ਼ ਫੋਰਮਡ। ਉਹ ਲੈਕਟਿਕ ਐਸਿਡ ਆਪਣੇ ਜਿਹੜੇ ਮਸਲਸ ਹੈ ਉਹਨਾਂ ਦੇ ਵਿੱਚ ਫਿਰ ਉਹ ਇਕੱਠਾ ਹੋ ਜਾਂਦਾ ਹੈ, ਠੀਕ ਹੈ। ਜਾਂ ਜੋ ਜ਼ਿਆਦਾ ਐਕਸਰਸਾਈਜ਼ ਕਰ ਲਈ ਆਪਾਂ ਕਹਿੰਦੇ ਖੱਲੀਆਂ ਪੈ ਗਈਆਂ, ਦੈਟ ਇਜ਼ ਦੀ ਲੈਕਟਿਕ ਐਸਿਡ। ਉਹਦੇ ਨਾਲ ਆਪਾਂ ਨੂੰ ਫਟੀਕ ਹੋ ਜਾਂਦੀ ਹੈ ਜਦੋਂ ਆਪਣੀਆਂ ਮਸਲਸ ਦੇ ਅੰਦਰ ਲੈਕਟਿਕ ਐਸਿਡ ਜਮ੍ਹਾਂ ਹੋ ਜਾਂਦਾ। One very important thing which I should explain right here is about the myoglobin. ਜਿਵੇਂ ਬੇਟੇ ਆਪਣੀ ਬੋਡੀ ਦੇ ਵਿੱਚ ਹੀਮੋਗਲੋਬਿਨ ਇੱਕ ਪਿਗਮੈਂਟ ਹੈ, ਉਵੇਂ ਮਾਇਓਗਲੋਬਿਨ ਵੀ ਆਪਣੀ ਬੋਡੀ ਦੇ ਵਿੱਚ ਇੱਕ ਆਪਣੀ ਮਸਲਸ ਦੇ ਵਿੱਚ ਇੱਕ ਪਿਗਮੈਂਟ ਹੈ ਵਿਚ ਇਜ਼ ਕਾਲਡ ਦੀ ਮਾਇਓਗਲੋਬਿਨ। ਕਈ ਮਸਲ ਦੇ ਵਿੱਚ ਮਾਇਓਗਲੋਬਿਨ ਬਹੁਤ ਜ਼ਿਆਦਾ ਹੁੰਦਾ ਹੈ, ਠੀਕ ਹੈ। ਇਹ ਰੈੱਡ ਕਲਰ ਦਾ ਪਿਗਮੈਂਟ ਹੈ, ਤਾਂ ਇਸ ਕਰਕੇ ਜਿਹੜੇ ਮਸਲ 'ਚ ਮਾਇਓਗਲੋਬਿਨ ਜ਼ਿਆਦਾ ਹੋਊਗਾ ਉਹ ਮਸਲ ਰੈੱਡ ਦਿਖਦਾ ਹੈ। ਰੈੱਡ 'ਤੇ ਆਪਾਂ ਉਹਨੂੰ ਕਹਿੰਦੇ ਆ ਰੈੱਡ ਫਾਈਬਰ। ਜਿਨ੍ਹਾਂ ਦੇ ਵਿੱਚ ਮਾਇਓਗਲੋਬਿਨ ਘੱਟ ਹੋਊਗਾ ਉਹ ਬੇਟੇ ਵਾਈਟ ਦਿਸਣਗੇ, ਤਾਂ ਆਪਾਂ ਉਹਨਾਂ ਨੂੰ ਕਹਿੰਦੇ ਆ ਵਾਈਟ ਫਾਈਬਰ। ਹੁਣ ਜਿਹੜੇ ਮਸਲ 'ਚ ਮਾਇਓਗਲੋਬਿਨ ਜ਼ਿਆਦਾ ਹੈ ਬੇਟੇ, ਤਾਂ ਉਹਨਾਂ ਦੇ ਅੰਦਰ ਮਾਈਟੋਕੌਂਡਰੀਆ ਵੀ ਬਹੁਤ ਜ਼ਿਆਦਾ ਹੁੰਦੇ ਹੈ, ATP ਵੀ ਬਹੁਤ ਜ਼ਿਆਦਾ ਰਿਲੀਜ਼ ਹੁੰਦੀ ਹੈ, ਐਂਡ ਉਹਨਾਂ ਦੇ ਅੰਦਰ
aerobic process ਚੱਲਦਾ in the presence of the breakdown in the presence of oxygen aerobic red ਵਾਲਿਆਂ 'ਚ aerobic ਤੇ white ਵਾਲਿਆਂ 'ਚ because ਇਹਨਾਂ 'ਚ mitochondria ਥੋੜਾ less energy is being broken down ਤਾਂ ਇਹਨਾਂ 'ਚ ਜਿਹੜਾ process ਚੱਲਦਾ that is anaerobic so they appear whitish because they lack myoglobin, right? Red fibers and the white fibers. So that's all about the sliding filament.